ਸਤਿ ਸ੍ਰੀ ਅਕਾਲ ਬੇਟਾ। ਮੈਂ ਸ਼ਹਿਨਾਜ਼ ਸਿੱਧੂ ਸਰਕਾਰੀ ਹਾਈ ਸਕੂਲ ਗਿੱਦੜ ਬਠਿੰਡਾ ਤੋਂ। ਅੱਜ ਬੇਟਾ ਆਪਾਂ ਆਪਣੀ ਕਿਤਾਬ ਸਾਹਿਤਮਾਲਾ ਵਿੱਚ ਦਰਜ ਕਵਿਤਾਵਾਂ ਬਾਰੇ ਗੱਲ ਕਰਾਂਗੇ। ਇਹ ਬੇਟਾ ਕਵਿਤਾਵਾਂ ਹੈ ਜਿਹੜੀਆਂ ਇੱਕ ਕਵੀ ਦੀਆਂ ਦੋ ਤਿੰਨ ਕਵਿਤਾਵਾਂ ਤੁਹਾਡੇ ਸਿਲੇਬਸ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ। ਸਭ ਤੋਂ ਪਹਿਲਾ ਕਵੀ ਹੈ ਜਿਹੜਾ ਉਹ ਭਾਈ ਵੀਰ ਸਿੰਘ ਹੈ। ਭਾਈ ਵੀਰ ਸਿੰਘ ਹੈ ਜਿਹੜਾ ਬੇਟਾ ਉਹ ਕੁਦਰਤ ਪ੍ਰੇਮੀ ਕਵੀ ਮੰਨਿਆ ਜਾਂਦਾ। ਹੁਣ ਆਪਾਂ ਜਦੋਂ ਕੋਈ ਕਹਾਣੀ ਜਾਂ ਕੋਈ ਨਾਵਲ ਜਾਂ ਕੋਈ ਲੇਖ ਪੜ੍ਹਦੇ ਆਂ ਤਾਂ ਆਪਾਂ ਇਹ ਦੇਖਦੇ ਆਂ ਵੀ ਨਾਵਲਕਾਰ ਨੇ, ਕਹਾਣੀਕਾਰ ਨੇ ਜਾਂ ਲੇਖਕ ਨੇ ਕਿਸ ਗੱਲ ਜਿਹੜੀ ਉਸ ਨੂੰ ਮੁੱਖ ਨੁਕਤਾ ਬਣਾਇਆ ਹੋਇਆ ਹੈ ਆਪਣੀ ਰਚਨਾ ਦੇ ਵਿੱਚ, ਯਾਨੀ ਕਿ ਕਾਹਦੇ ਬਾਰੇ ਗੱਲ ਕੀਤੀ ਹੋਈ ਹੈ। ਤਾਂ ਉਸੇ ਤਰ੍ਹਾਂ ਅਸੀਂ ਕਵਿਤਾਵਾਂ ਵਿੱਚ ਵੀ ਦੇਖਦੇ ਹਾਂ। ਹਰ ਕਵੀ ਹੈ ਜਿਹੜਾ ਉਹਦੀ ਆਪੋ ਆਪਣੀ ਵਿਚਾਰਧਾਰਾ ਹੁੰਦੀ ਹੈ, ਆਪੋ ਆਪਣੀ ਸੋਚ ਹੁੰਦੀ ਹੈ, ਉਹਦੇ ਅਨੁਸਾਰ ਉਹ ਆਪਣੀਆਂ ਕਵਿਤਾਵਾਂ ਦੇ ਵਿੱਚ ਵਿਸ਼ੇ ਲੈਂਦਾ। ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਨੇ ਜਿਹੜੀਆਂ ਉਹ ਸਾਰੀਆਂ ਕੁਦਰਤ ਦੀ ਸੁੰਦਰਤਾ ਤੇ ਹੀ ਆਧਾਰਿਤ ਨੇ। ਜ਼ਿਆਦਾ ਤੋਂ ਜ਼ਿਆਦਾ ਕਵਿਤਾਵਾਂ ਉਹਨਾਂ ਨੇ ਕੁਦਰਤ ਦੀ ਖੂਬਸੂਰਤੀ ਦਾ ਵਰਣਨ ਕਰਦੇ ਹੋਏ ਲਿਖੀਆਂ, ਯਾਨੀ ਕੁਦਰਤ ਦੇ ਵਿੱਚੋਂ ਨਜ਼ਾਰੇ ਲੈ ਕੇ ਉਹ ਸਾਨੂੰ ਕੀ ਪ੍ਰੇਰਨਾ ਦਿੰਦੇ ਹੈ, ਉਹਨਾਂ ਵਿੱਚੋਂ ਉਹਨਾਂ ਨੂੰ ਕੀ ਨਜ਼ਰ ਆਉਂਦਾ ਕਵੀ ਨੂੰ, ਉਹ ਉਹਨਾਂ ਨੇ ਦੱਸਣਾ ਚਾਹਿਆ। ਤਾਂ ਇਹ ਕਵੀ ਹੈ ਜਿਹੜਾ ਭਾਈ ਵੀਰ ਸਿੰਘ ਬੇਟਾ, ਇਹ ਆਧੁਨਿਕ ਪੰਜਾਬੀ ਸਾਹਿਤ ਦਾ ਮੋਢੀ ਕਵੀ ਹੈ। ਜਿੰਨਾ ਸਾਡਾ ਹੋਣ ਵਾਲਾ ਸਾਹਿਤ ਅਸੀਂ ਪੜ੍ਹ ਰਹੇ ਹਾਂ ਉਹਦੀ ਸ਼ੁਰੂਆਤ ਭਾਈ ਵੀਰ ਸਿੰਘ ਨੇ ਹੀ ਕੀਤੀ, ਕਵਿਤਾਵਾਂ ਦੀ ਵੀ, ਨਾਵਲ ਵੀ। ਉਸ ਤੋਂ ਬਾਅਦ ਹੈ ਜਿਹੜੀਆਂ ਉਹ ਕਵਿਤਾਵਾਂ ਕਵੀ ਨਾਲ ਜੁੜਦੇ ਗਏ, ਲੇਖਕ ਨਾਲ ਜੁੜਦੇ ਗਏ, ਰਚਨਾਵਾਂ ਜਿਹੜੀਆਂ ਉਹ ਵੱਧ ਤੋਂ ਵੱਧ ਰਚੀਆਂ ਜਾਂਦੀਆਂ ਰਹੀਆਂ। ਤਾਂ ਆਪਾਂ ਕਹਿ ਸਕਦੇ ਹਾਂ ਵੀ ਸ਼ੁਰੂਆਤ ਹੈ ਜਿਹੜੀ ਉਹ ਭਾਈ ਵੀਰ ਸਿੰਘ ਨੇ ਕੀਤੀ। ਉਹਨਾਂ ਨੇ ਇੱਕ ਜਿਹੜਾ ਹੈ ਨਵਾਂ ਮੋੜ ਦਿੱਤਾ ਪੰਜਾਬੀ ਸਾਹਿਤ ਨੂੰ। ਆਪਾਂ ਅੱਜ ਇਸ ਪੱਖ ਤੋਂ ਬੇਟਾ ਗੱਲ ਕਰਾਂਗੇ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਬਾਰੇ, ਉਹਨਾਂ ਦੀਆਂ ਕਵਿਤਾਵਾਂ ਬਾਰੇ, ਕਿ ਪ੍ਰੀਖਿਆ ਦੇ ਵਿੱਚ ਅਸੀਂ ਕਿਹੜੇ ਪ੍ਰਸ਼ਨ ਹੈ ਜਿਹੜੇ ਉਹ ਹੱਲ ਕਰਨੇ ਨੇ ਸਾਡੇ ਇਸ ਕਵਿਤਾ ਭਾਗ ਵਿੱਚੋਂ। ਅਸੀਂ 8ਵੀਂ ਦੇ ਵਿੱਚ ਭਾਵ ਅਰਥ ਕਵਿਤਾਵਾਂ ਦੇ ਕਰਦੇ ਸੀ। ਹੁਣ ਅਸੀਂ ਕਵਿਤਾਵਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ। ਹੁਣ ਵਿਆਖਿਆ ਜਿਹੜੀ ਉਹਦੇ ਵਿੱਚ ਤਾਂ ਭਾਵ ਅਰਥ ਹੀ ਆ ਜਾਂਦੇ ਹੈ, ਵਿਆਖਿਆ ਹੋਈ, ਭਾਵ ਅਰਥ ਹੋਏ, ਤਕਰੀਬਨ ਇੱਕੋ ਗੱਲ ਹੈ। ਪਰ ਇਹਦੇ ਵਿੱਚ ਇੱਕ ਹੋਰ ਸ਼ਬਦ ਨਵਾਂ ਤੁਹਾਡੇ ਲਈ, ਉਹ ਹੈ ਪ੍ਰਸੰਗ। ਪ੍ਰਸੰਗ ਤੋਂ ਭਾਵ ਹੈ ਕਿ ਕਾਹਦੇ ਬਾਰੇ ਗੱਲ ਹੋ ਰਹੀ ਹੈ। ਹੁਣ ਜਿਹੜੀਆਂ ਤੁਕਾਂ ਤੁਹਾਨੂੰ ਪੇਪਰ ਦੇ ਵਿੱਚ ਤੁਸੀਂ ਹੱਲ ਕਰਨੀਆਂ, ਉੱਪਰ ਪ੍ਰਸ਼ਨ ਹੋਊਗਾ ਇਹਨਾਂ ਤੁਕਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ। ਤਾਂ ਦੋ ਸ਼ਬਦ ਨੇ, ਇੱਕ ਪ੍ਰਸੰਗ ਤੇ ਇੱਕ ਵਿਆਖਿਆ। ਪਹਿਲਾਂ ਆਇਆ ਪ੍ਰਸੰਗ, ਫਿਰ ਵਿਆਖਿਆ। ਪ੍ਰਸੰਗ ਸਹਿਤ ਵਿਆਖਿਆ ਕਰੋ। ਤਾਂ ਅਸੀਂ ਉੱਤਰ ਹੱਲ ਕਰਨ ਲੱਗਿਆਂ ਪਹਿਲਾਂ ਪ੍ਰਸੰਗ ਸ਼ਬਦ ਹੈ ਜਿਹੜਾ ਉਹਨੂੰ ਸਿਰਲੇਖ ਬਣਾ ਲੈਣਾ। ਇਹਦੇ ਵਿੱਚ ਅਸੀਂ ਤਿੰਨ ਗੱਲਾਂ ਧਿਆਨ ਰੱਖਣੀਆਂ ਜਿਹੜੀਆਂ ਅਸੀਂ ਪ੍ਰਸੰਗ ਦੇ ਵਿੱਚ ਲਿਖਣੀਆਂ ਜ਼ਰੂਰੀ ਹੈ, ਯਾਨੀ ਕਿ ਇਸ ਸਿਰਲੇਖ ਦੇ ਅਧੀਨ ਅਸੀਂ 3 ਗੱਲਾਂ ਲਿਖਣੀਆਂ ਹੈ। ਸਭ ਤੋਂ ਪਹਿਲੀ ਤਾਂ ਇਹ ਹੈ ਕਿ ਇਹ ਤੁਹਾਡੀ ਕਿਤਾਬ ਦਾ ਕੀ ਨਾਂ ਹੈ, ਇਹਨੂੰ ਆਪਾਂ ਭੁੱਲਣਾ ਨਹੀਂ। ਕਿਤਾਬ ਦਾ ਨਾਂ ਹੈ ਸਾਹਿਤਮਾਲਾ। ਉਸ ਤੋਂ ਬਾਅਦ ਬੇਟਾ ਕਵੀ ਦਾ ਕੀ ਨਾਂ ਹੈ। ਜੇ ਹੁਣ ਆਪਾਂ ਪਹਿਲੇ ਕਵੀ ਦੀ ਗੱਲ ਕਰ ਰਹੇ ਹਾਂ ਭਾਈ ਵੀਰ ਸਿੰਘ ਦੀ, ਤਾਂ ਆਪਾਂ ਉਹਦੀ ਹੀ ਉਦਾਹਰਨ ਲਵਾਂਗੇ। ਫਿਰ ਕਿ ਕਵਿਤਾ ਦਾ ਕੀ ਨਾਂ ਹੈ। ਪਹਿਲਾ ਕਵੀ ਭਾਈ ਵੀਰ ਸਿੰਘ ਹੈ, ਉਸਦੀ ਪਹਿਲੀ ਕਵਿਤਾ ਸਮਾਂ, ਤਾਂ ਅਸੀਂ ਸਮਾਂ ਹੈ ਜਿਹੜਾ ਇਸ ਨੂੰ ਹੀ ਉਦਾਹਰਨ ਵਜੋਂ ਵਰਤਾਂਗੇ। ਤਾਂ ਜਦੋਂ ਤੁਹਾਨੂੰ ਪੇਪਰ ਦੇ ਵਿੱਚ ਇਸ ਕਵੀ ਦੀ ਕਵਿਤਾ ਦੀਆਂ ਸਤਰਾਂ ਆਉਂਦੀਆਂ, ਉੱਪਰ ਪ੍ਰਸ਼ਨ ਆਉਂਦਾ ਹੈ ਕਿ ਪ੍ਰਸੰਗ ਸਹਿਤ ਵਿਆਖਿਆ ਕਰੋ, ਤਾਂ ਤੁਸੀਂ ਹੇਠਾਂ ਉੱਤਰ ਦੇ ਵਿੱਚ ਇੱਕ ਸਿਰਲੇਖ ਬਣਾਉਣਾ। ਪ੍ਰਸੰਗ ਦੇ ਵਿੱਚ ਅਸੀਂ ਲਿਖਣਾ ਕਿ ਇਹ ਕਾਵ ਸਤਰਾਂ ਜਾਂ ਇਹ ਕਾਵ ਟੋਟਾ
ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤ ਮਾਲਾ ਵਿੱਚੋਂ ਲਿਆ ਗਿਆ ਹੈ। ਇਹ ਤਾਂ ਥੋੜੀ ਕਿਤਾਬ ਦਾ ਨਾਂ ਹੋ ਗਿਆ। ਦੂਸਰੀ ਗੱਲ, ਇਹ ਸਤਰਾਂ ਕਵੀ ਭਾਈ ਵੀਰ ਸਿੰਘ ਨੇ ਰਚੀਆਂ ਹਨ ਜਾਂ ਲਿਖੀਆਂ ਹਨ। ਦੂਸਰਾ ਕਵੀ ਹੋ ਗਿਆ। ਤੀਸਰਾ, ਇਹ ਸਤਰਾਂ ਕਵਿਤਾ ਸਮਾਂ ਵਿੱਚੋਂ ਲਈਆਂ ਗਈਆਂ ਹਨ। ਹੁਣ ਇਹ ਤੀਸਰੀ ਚੀਜ਼ ਹੈ ਜਿਹੜੀ ਇਹ ਕਵਿਤਾ ਦਾ ਨਾਂ ਹੋ ਗਿਆ। ਇਹ ਸਿਰਫ ਭਾਈ ਵੀਰ ਸਿੰਘ ਨਹੀਂ, ਅੱਗੇ ਅਸੀਂ ਹੋਰ ਕਵੀ ਵੀ ਪੜਾਂਗੇ, ਉਹਨਾਂ ਦੀਆਂ ਹੋਰ ਕਵਿਤਾਵਾਂ ਵੀ ਹੋਣਗੀਆਂ। ਇਹ ਤਿੰਨ ਚੀਜ਼ਾਂ ਅਸੀਂ ਹਮੇਸ਼ਾ ਪ੍ਰਸੰਗ ਸਹਿਤ ਵਿਆਖਿਆ ਜਿਹੜੀ ਉਹ ਹੱਲ ਕਰਨ ਲੱਗੇ ਪੇਪਰ ਦੇ ਵਿੱਚ ਯਾਦ ਰੱਖਣੀਆਂ। ਇਹ ਅਸੀਂ ਪ੍ਰਸੰਗ ਦੇ ਵਿੱਚ ਲਿਖਣੀਆਂ ਹੀ ਹੈ। ਉਸ ਤੋਂ ਬਾਅਦ ਜੋ ਤੁਹਾਨੂੰ ਸਤਰਾਂ ਪ੍ਰਸੰਗ ਸਹਿਤ ਵਿਆਖਿਆ ਲਈ ਦਿੱਤੀਆਂ ਹੋਣਗੀਆਂ, ਉਹਨਾਂ ਸਤਰਾਂ ਦੇ ਵਿੱਚ ਅਸਲ ਦੇ ਵਿੱਚ ਕਵੀ ਹੈ ਜਿਹੜਾ ਉਹ ਕਿਹੜੀ ਗੱਲ ਤੇ ਕੇਂਦਰਿਤ ਹੈ, ਕੀ ਕਹਿਣਾ ਚਾਹੁੰਦਾ ਹੈ, ਉਹਨੂੰ ਤੁਸੀਂ ਇੱਕ ਸਤਰ ਦੇ ਵਿੱਚ ਲਿਖਣਾ ਹੋਊਗਾ। ਫਿਰ ਤੁਹਾਡਾ ਪ੍ਰਸੰਗ ਭਾਗ ਹੈ ਜਿਹੜਾ ਉਹ ਪੂਰਾ ਹੋ ਜਾਂਦਾ। ਇਹ ਮੈਂ ਪ੍ਰਸੰਗ ਦੀ ਇੰਨੀ ਵਿਆਖਿਆ ਤੁਹਾਨੂੰ ਤਾਂ ਦੱਸ ਰਹੀ ਹਾਂ ਬੇਟੇ ਕਿ ਇਹ ਤੁਹਾਡੇ ਲਈ ਇੱਕ ਨਵਾਂ ਨੁਕਤਾ ਹੈ। 8ਵੀਂ ਤੱਕ ਪ੍ਰਸੰਗ ਹੈ ਜਿਹੜਾ ਉਹ ਸ਼ਬਦ ਤੁਸੀਂ ਨਹੀਂ ਸੁਣਿਆ ਸੀ, ਨਾ ਤੁਸੀਂ ਪੇਪਰ ਦੇ ਵਿੱਚ ਲਿਖਣਾ ਸੀ। ਹੁਣ ਅਸੀਂ ਪ੍ਰਸੰਗ ਲਿਖਣਾ ਹੈ। ਪ੍ਰਸੰਗ ਦੇ ਵਿੱਚ ਅਸੀਂ ਕਿਤਾਬ ਦਾ ਨਾਂ, ਕਵੀ ਦਾ ਨਾਂ, ਕਵਿਤਾ ਦਾ ਨਾਂ, ਇਹ ਤਿੰਨ ਚੀਜ਼ਾਂ ਤਾਂ ਲਿਖਣੀਆਂ ਹੀ ਲਿਖਣੀਆਂ। ਨਾਲ ਜੋ ਹੇਠਾਂ ਤੁਹਾਨੂੰ ਕਾਵਿ ਸਤਰਾਂ ਦਿੱਤੀਆਂ ਨੇ ਉਹਨਾਂ ਵਿੱਚ ਕਵੀ ਕੀ ਕਹਿਣਾ ਚਾਹੁੰਦਾ ਉਹਨੂੰ ਤੁਸੀਂ ਇੱਕ ਲਾਈਨ ਦੇ ਵਿੱਚ ਉਹਦਾ ਤੱਥ ਕੱਢ ਕੇ ਲਿਖਣਾ ਹੈ ਕਿ ਇਹਨਾਂ ਸਤਰਾਂ ਦੇ ਵਿੱਚ ਕਵੀ ਇਹ ਕਹਿਣਾ ਚਾਹੁੰਦਾ ਹੈ। ਇਹ ਸਾਡਾ ਪ੍ਰਸੰਗ ਪੂਰਾ ਹੋ ਗਿਆ ਬੇਟਾ। ਉਸ ਤੋਂ ਬਾਅਦ ਵਿਆਖਿਆ ਉਸੇ ਤਰ੍ਹਾਂ ਲਿਖਣੀ ਹੈ ਜਿਵੇਂ ਤੁਸੀਂ 8ਵੀਂ ਤੱਕ ਲਿਖਦੇ ਆਏ ਹੋ, ਭਾਵ ਅਰਥ ਕਰਦੇ ਆਏ ਹੋ, ਪਰ ਇੱਥੇ ਅਸੀਂ ਸਿਰਲੇਖ ਹੈ ਜਿਹੜਾ ਉਹ ਵਿਆਖਿਆ ਸ਼ਬਦ ਦਾ ਦੇਵਾਂਗੇ। ਵਿਆਖਿਆ ਸ਼ਬਦ ਲਿਖ ਕੇ ਫਿਰ ਅਸੀਂ ਉਹਦਾ ਜਿਹੜਾ ਹੈ ਭਾਵ ਅਰਥ ਉਹ ਸਾਰਾ ਲਿਖਾਂਗੇ। ਹੁਣ ਬੇਟਾ ਆਪਾਂ ਇਹ ਕਵਿਤਾ ਜਿਹੜੀ ਪਹਿਲੀ ਸਮਾਂ ਹੈ ਇਹ ਤੁਸੀਂ ਪੁਸਤਕ ਦੇ ਵਿੱਚ ਦੇਖਣੀ ਹੈ, ਉੱਥੋਂ ਪੜ੍ਹਨੀ ਹੈ। ਇਹਦੀਆਂ ਅਸੀਂ 2-2, 3-3 ਸਤਰਾਂ ਲੈ ਕੇ ਇਹਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਦੀ ਕੋਸ਼ਿਸ਼ ਕਰਾਂਗੇ। ਹੁਣ ਦੇਖੋ, ਪਹਿਲੀਆਂ ਕੁਝ ਸਤਰਾਂ ਨੇ, ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ। ਹੁਣ ਮੰਨ ਲਓ ਕਿ 2 ਸਤਰਾਂ ਹੀ ਨੇ, ਦੋਵਾਂ ਦੀ ਹੀ ਤੁਸੀਂ ਪ੍ਰਸੰਗ ਵੀ ਲਿਖਣਾ ਤੇ ਵਿਆਖਿਆ ਵੀ ਲਿਖਣੀ ਹੈ। ਤਾਂ ਤੁਸੀਂ ਪ੍ਰਸੰਗ ਦੇ ਵਿੱਚ ਇਹ ਲਿਖੋਗੇ ਕਿ ਇਹ ਕਾਵਿ ਸਤਰਾਂ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤ ਮਾਲਾ ਵਿੱਚੋਂ ਲਈਆਂ ਗਈਆਂ। ਇਹਨਾਂ ਸਤਰਾਂ ਦਾ ਕਵੀ ਭਾਈ ਵੀਰ ਸਿੰਘ ਹੈ ਤੇ ਇਹ ਕਵਿਤਾ ਸਮਾਂ ਦੇ ਵਿੱਚੋਂ ਲਈਆਂ ਗਈਆਂ। ਇਹਨਾਂ ਸਤਰਾਂ ਦੇ ਵਿੱਚ ਕਵੀ ਸਮੇਂ ਬਾਰੇ ਗੱਲ ਕਰ ਰਿਹਾ ਹੈ, ਠੀਕ ਹੈ, ਕਿਉਂਕਿ 2 ਲਾਈਨਾਂ ਹੈ। 2 ਲਾਈਨਾਂ ਦੇ ਵਿੱਚ, ਇਹਨਾਂ 2 ਸਤਰਾਂ ਦੇ ਵਿੱਚ ਕਵੀ ਹੈ ਜਿਹੜਾ ਸਾਨੂੰ ਇੰਨੇ ਕੀ ਸਮਝ ਆਉਂਦੀ ਹੈ ਕਿ ਉਹ ਕੁਝ ਸਮੇਂ ਬਾਰੇ ਸਾਨੂੰ ਦੱਸ ਰਿਹਾ ਹੈ, ਠੀਕ ਹੈ। ਅੱਗੇ ਜਦੋਂ ਅਸੀਂ ਵਿਆਖਿਆ ਕਰਨੀ ਹੈ ਫਿਰ ਅਸੀਂ ਸਿਰਲੇਖ ਬਣਾਵਾਂਗੇ ਵਿਆਖਿਆ। ਉਸ ਤੋਂ ਬਾਅਦ ਵਿਆਖਿਆ ਦੇ ਅਧੀਨ ਅਸੀਂ ਲਿਖਾਂਗੇ ਕਵੀ ਇਹਨਾਂ ਸਤਰਾਂ ਦੇ ਵਿੱਚ ਕਹਿਣਾ ਚਾਹੁੰਦਾ ਹੈ ਕਿ ਉਸਨੇ ਸਮੇਂ ਦੇ ਬਹੁਤ ਵਾਸਤੇ ਪਾਏ ਮਤਲਬ ਮਿੰਨਤਾਂ ਕੀਤੀਆਂ, ਪਰ ਸਮੇਂ ਨੇ ਉਸ ਦੀ ਇੱਕ ਵੀ ਗੱਲ ਨਾ ਮੰਨੀ। ਹੁਣ ਜੇ ਆਪਾਂ ਇਹਨਾਂ 2 ਤੁਕਾਂ ਦੀ ਹੀ ਉਦਾਹਰਨ ਲਈ ਹੈ ਪ੍ਰਸੰਗ ਸਹਿਤ ਵਿਆਖਿਆ ਲਈ, ਤਾਂ ਇੱਥੇ ਤੁਹਾਡੀ ਪ੍ਰਸੰਗ ਸਹਿਤ ਵਿਆਖਿਆ ਜਿਹੜੀ ਬੇਟੀ ਉਹ ਪੂਰੀ ਹੋਗੀ, ਠੀਕ ਹੈ। ਉਸ ਤੋਂ ਬਾਅਦ ਅੱਗੇ ਸਤਰਾਂ ਜਿਹੜੀਆਂ ਉਹਨਾਂ ਦੀ ਅਸੀਂ ਪ੍ਰਸੰਗ ਸਹਿਤ ਵਿਆਖਿਆ ਕਰਦੇ ਹਾਂ। ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਫਿਰ ਜੇ ਅਸੀਂ ਪ੍ਰਸੰਗ ਸਹਿਤ ਵਿਆਖਿਆ ਇਹਨਾਂ 2 ਤੁਕਾਂ ਦੀ ਲਿਖਣੀ ਹੈ, ਜੇ ਸਾਨੂੰ ਪੇਪਰ ਦੇ ਵਿੱਚ ਆਉਂਦੀ ਹੈ, ਉਂਝ ਪੇਪਰ ਦੇ ਵਿੱਚ ਬੇਟਾ 2-2 ਤੁਕਾਂ ਦੀ ਪ੍ਰਸੰਗ ਸਹਿਤ ਵਿਆਖਿਆ ਨਹੀਂ ਆਊਗੀ, 4-5 ਤੁਕਾਂ ਜਿਹੜੀਆਂ ਉਹ ਦਿੱਤੀਆਂ ਹੁੰਦੀਆਂ ਨੇ। ਇਹ ਕਿਉਂਕਿ ਤੁਹਾਡੇ ਲਈ ਸ਼ੁਰੂਆਤ ਹੈ, ਇਸ ਲਈ ਮੈਂ ਤੁਹਾਨੂੰ 2-2 ਤੁਕਾਂ ਦੇ ਉਦਾਹਰਨ ਵਜੋਂ ਦੱਸ ਰਹੀ ਹਾਂ। ਹੁਣ ਇਹਦੇ ਵੀ ਪ੍ਰਸੰਗ ਅਸੀਂ ਉਵੇਂ ਹੀ ਲਿਖਾਂਗੇ ਬੇਟਾ ਵੀ ਇਹ ਸਤਰਾਂ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤ ਮਾਲਾ ਵਿੱਚੋਂ ਲਈਆਂ ਗਈਆਂ। ਇਹਨਾਂ ਸਤਰਾਂ ਦੀ ਰਚਨਾ ਕਰਨ ਵਾਲੇ ਕਵੀ ਦਾ ਨਾਮ ਭਾਈ ਵੀਰ ਸਿੰਘ ਹੈ। ਇਹ ਸਮਾਂ ਕਵਿਤਾ ਦੇ ਵਿੱਚ ਦਰਜ ਨੇ। ਇਹਨਾਂ ਸਤਰਾਂ ਦੇ ਵਿੱਚ ਕਵੀ ਸਮੇਂ ਬਾਰੇ ਦੱਸ ਰਿਹਾ। ਉਸ ਤੋਂ ਬਾਅਦ ਵਿਆਖਿਆ ਦੇ ਵਿੱਚ ਅਸੀਂ ਦੱਸਾਂਗੇ ਕਿ ਕਵੀ ਇਹ ਕਹਿਣਾ ਚਾਹੁੰਦਾ ਹੈ ਕਿ ਮੈਂ ਸਮੇਂ ਨੂੰ ਫੜ ਕੇ ਰੋਕਣਾ ਚਾਹਿਆ,
ਫੜ ਫੜ ਰਹੀ ਤਰੀਕ ਯਾਨੀ ਕਿ ਰੋਕਣ ਦੇ ਮੈਂ ਯਤਨ ਕੀਤੇ ਸਮੇਂ ਨੂੰ ਫੜ ਕੇ, ਪਰ ਸਮੇਂ ਖਿਸਕਾਈ ਕੰਨੀ, ਪਰ ਸਮਾਂ ਜਿਹੜਾ ਉਹ ਕੰਨੀ ਖਿਸਕਾ ਕੇ ਮੇਰੇ ਤੋਂ ਦੂਰ ਚਲਾ ਗਿਆ। ਕੰਨੀ ਖਿਸਕਾ ਕੇ ਯਾਨੀ ਕਿ ਮੇਰੇ ਤੋਂ ਬਚ ਕੇ ਉਹ ਦੂਰ ਚਲਾ ਗਿਆ, ਅਗਾਂਹ ਲੰਘ ਗਿਆ। ਹੁਣ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਪ੍ਰਸੰਗ ਦਾ ਪਤਾ ਲੱਗ ਗਿਆ ਹੋਣਾ ਕਿ ਪ੍ਰਸੰਗ ਅਸੀਂ ਕਿਵੇਂ ਲਿਖਣਾ। ਤਾਂ ਹੁਣ ਅੱਗੇ ਵਾਲੀਆਂ ਜਿਹੜੀਆਂ ਤੁਕਾਂ ਉਹਨਾਂ ਦੀ ਮੈਂ ਵਿਆਖਿਆ ਹੀ ਕਰਕੇ ਤੁਹਾਨੂੰ ਦੱਸਦੀ ਹਾਂ। ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ, ਕਿਵੇਂ ਵੀ ਮੈਂ ਸਮੇਂ ਨੂੰ ਰੋਕ ਨਾ ਸਕੀ। ਜੋ ਵੀ ਅਟਕ ਭਾਵ ਰੁਕਾਵਟ ਮੈਂ ਸਮੇਂ ਨੂੰ ਰੋਕਣ ਦੇ ਲਈ ਰਾਹ ਵਿੱਚ ਪਾਈ, ਸਮੇਂ ਨੇ ਉਹ ਰੁਕਾਵਟ ਹੈ ਜਿਹੜੀ ਉਸਨੂੰ ਭੰਨ ਦਿੱਤਾ, ਤੋੜ ਦਿੱਤਾ, ਯਾਨੀ ਕਿ ਰੁਕਾਵਟ ਤੋਂ ਅਗਾਂਹ ਲੰਘ ਗਿਆ। ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ, ਤ੍ਰਿਖੇ ਯਾਨੀ ਕਿ ਤਿੱਖੇ, ਉਹਦੇ ਵੇਗ, ਉਹਦਾ ਵਹਾਅ ਬਹੁਤ ਤਿੱਖਾ ਸੀ, ਬਹੁਤ ਤੇਜ਼ ਸੀ, ਜਿਸ ਦੇ ਕਾਰਨ ਰਾਹ ਵਿੱਚ ਜੋ ਵੀ ਮੈਂ ਰੁਕਾਵਟਾਂ ਪਾਈਆਂ, ਬੰਨੇ ਬਣਾਏ, ਉਹਨਾਂ ਸਾਰਿਆਂ ਨੂੰ ਉਹ ਆਪਣੇ ਵੇਗ ਦੇ ਵਿੱਚ ਵਹਾ ਕੇ ਲੈ ਗਿਆ ਤੇ ਉਹ ਬੰਨੇ ਟੱਪ ਕੇ ਚਲਾ ਗਿਆ। ਹੋ ਅਜੇ ਸੰਭਲ ਇਸ ਸਮੇਂ ਨੂੰ ਕਰ ਸਫਲ ਉਡੰਦਾ ਜਾਮਦਾ। ਹੁਣ ਇਹਨਾਂ ਸਤਰਾਂ ਦੇ ਵਿੱਚ ਕਵੀ ਹੈ ਜਿਹੜਾ ਉਹ ਸਾਨੂੰ ਕੁਝ ਕਹਿਣਾ ਚਾਹੁੰਦਾ, ਪ੍ਰੇਰਨਾ ਦਿੰਦਾ ਹੈ। ਕੀ ਕਹਿੰਦਾ ਮਨੁੱਖ ਨੂੰ? ਹੇ ਮਨੁੱਖ, ਤੂੰ ਹਜੇ ਵੀ ਸੰਭਲ, ਇਸ ਸਮੇਂ ਦੀ ਸਯੋਗ ਵਰਤੋਂ ਕਰ, ਕਿਉਂਕਿ ਸਮਾਂ ਜਿਹੜਾ ਉਹ ਉੱਡਦਾ ਜਾਮਦਾ, ਸਮਾਂ ਜਿਹੜਾ ਉਹ ਅਗਾਂਹ ਲੰਘਦਾ ਜਾਂਦਾ ਹੈ, ਇਸ ਲਈ ਇਹਨੂੰ ਸੰਭਾਲ। ਇਹ ਠਹਿਰਨ ਜਾਚ ਨਾ ਜਾਣ ਦਾ, ਲੱਗ ਗਿਆ ਨਾ ਮੁੜ ਕੇ ਆਮਦਾ। ਇਹ ਸਮਾਂ ਕਿਸ ਤਰ੍ਹਾਂ ਦਾ ਹੈ? ਇਹਨੂੰ ਠਹਿਰਨ ਦੀ ਜਾਂਚ ਨਹੀਂ, ਇਹਨੂੰ ਠਹਿਰਨਾ ਨਹੀਂ ਆਉਂਦਾ। ਇੱਕ ਵਾਰ ਜੇ ਇਹ ਲੰਘ ਗਿਆ ਤਾਂ ਫਿਰ ਇਸ ਨੇ ਮੁੜ ਕੇ ਵਾਪਸ ਨਹੀਂ ਆਉਣਾ। ਇਹ ਬੇਟਾ ਇਸ ਕਵਿਤਾ ਦੀ ਪ੍ਰਸੰਗ ਸਹਿਤ ਵਿਆਖਿਆ ਹੈ। ਹੁਣ ਪ੍ਰਸੰਗ ਦੇ ਵਿੱਚ ਆਪਾਂ ਜਿਹੜੀਆਂ ਨਵੀਆਂ ਗੱਲਾਂ ਸਿੱਖੀਆਂ ਨੇ, ਹੈਡਿੰਗ ਪਾ ਕੇ 3 ਗੱਲਾਂ ਲਿਖਣੀਆਂ। ਉਸ ਤੋਂ ਬਾਅਦ ਜੇ ਇਹ ਮੰਨ ਲਓ ਕਿ ਸਾਰੀ ਦੀ ਸਾਰੀ ਕਵਿਤਾ ਸਾਨੂੰ ਪ੍ਰਸੰਗ ਸਹਿਤ ਵਿਆਖਿਆ ਲਈ ਆਉਂਦੀ ਹੈ, ਵੈਸੇ ਅੱਧੀ ਹੀ ਆਊਗੀ, ਤਾਂ ਇਹਦੇ ਵਿੱਚ ਅਸੀਂ ਕਵਾਂਗੇ ਕਿ ਕਵੀ ਹੈ ਜਿਹੜਾ ਉਹ ਸਮੇਂ ਦੀ ਸੰਭਾਲ ਕਰਨ ਲਈ ਮਨੁੱਖ ਨੂੰ ਪ੍ਰੇਰਨਾ ਦਿੰਦਾ ਹੈ। ਉਸ ਤੋਂ ਬਾਅਦ ਅਸੀਂ ਸਿਰਲੇਖ ਵਿਆਖਿਆ ਪਾ ਕੇ, ਜਿਵੇਂ ਹੁਣ ਮੈਂ ਵਿਆਖਿਆ ਕੀਤੀ ਹੈ, ਇਹ ਅਸੀਂ ਵਿਆਖਿਆ ਜਿਹੜੀ ਉਹ ਲਿਖ ਦੇਣੀ ਹੈ। ਹੁਣ ਜੋ ਮੈਂ ਤੁਹਾਨੂੰ ਪ੍ਰਸੰਗ ਸਹਿਤ ਵਿਆਖਿਆ ਦੱਸੀ ਹੈ ਬੇਟਾ, ਇਹਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇੱਕ ਵਾਰ ਫੇਰ ਇਹ ਕਵਿਤਾ ਪੜ੍ਹਨੀ ਹੈ। ਉਸ ਤੋਂ ਅਗਲਾ ਪ੍ਰਸ਼ਨ ਬੇਟਾ ਜਿਹੜਾ ਤੁਹਾਨੂੰ 8ਵੀਂ ਕਲਾਸ ਨਾਲੋਂ 9ਵੀਂ ਦੇ ਵਿੱਚ ਵੱਖਰਾ ਆਉਣਾ ਹੈ, ਉਹ ਇਸ ਕਵਿਤਾਵਾਂ ਦਾ ਕੇਂਦਰੀ ਭਾਵ ਹੋਊਗਾ। ਕੇਂਦਰੀ ਭਾਵ ਦਾ ਮਤਲਬ ਹੈ ਕਿ ਕਵੀ ਹੈ ਜਿਹੜਾ ਉਸਨੇ ਆਪਣੀ ਸਾਰੀ ਗੱਲ ਕਿਸ ਚੀਜ਼ ਨੂੰ ਕੇਂਦਰ ਵਿੱਚ ਰੱਖ ਕੇ ਕੀਤੀ ਹੈ, ਜਾਂ ਸੌਖੇ ਸ਼ਬਦਾਂ 'ਚ ਕਵੀ ਕਾਹਦੇ ਬਾਰੇ ਕੀ ਦੱਸਣਾ ਚਾਹੁੰਦਾ ਸਾਨੂੰ। ਹੁਣ ਇਹਦੇ ਵਿੱਚ ਅਸੀਂ ਦੇਖਦੇ ਹਾਂ ਕਵਿਤਾ ਦੇ ਵਿੱਚ ਕਵੀ ਸਮੇਂ ਬਾਰੇ ਦੱਸਣਾ ਚਾਹੁੰਦਾ। ਕੀ ਦੱਸਣਾ ਚਾਹੁੰਦਾ? ਕਿ ਸਮਾਂ ਹੈ ਜਿਹੜਾ ਉਹ ਅਗਾਂਹ ਲੰਘਦਾ ਜਾਂਦਾ ਹੈ। ਇਹੀ ਦੱਸਣਾ ਚਾਹੁੰਦਾ ਹੈ ਨਾ, ਕਿ ਸਮਾਂ ਜਿਹੜਾ ਉਸਦੀ ਸੰਭਾਲ ਕਰੋ, ਇੱਕ ਵਾਰ ਚਲਾ ਗਿਆ ਫਿਰ ਵਾਪਸ ਨਹੀਂ ਆਉਣਾ। ਇਹੀ ਬੇਟਾ ਇਸ ਦਾ ਕੇਂਦਰੀ ਭਾਵ ਹੈ। ਕੇਂਦਰੀ ਭਾਵ ਤੁਹਾਨੂੰ ਅਲੱਗ ਪ੍ਰਸ਼ਨ ਆਊਗਾ, ਪ੍ਰਸੰਗ ਸਹਿਤ ਵਿਆਖਿਆ ਅਲੱਗ ਪ੍ਰਸ਼ਨ ਹੈ। ਇਹ ਪ੍ਰਸ਼ਨ ਸਿਰਫ ਇੰਨਾ ਆਊਗਾ ਕਿ ਸਮਾਂ ਕਵਿਤਾ ਦਾ ਕੇਂਦਰੀ ਭਾਵ ਦੱਸੋ। ਮੰਨ ਲਓ ਕਿ ਇਹੀ ਸਮਾਂ ਕਵਿਤਾ ਇਹਦਾ ਕੇਂਦਰੀ ਭਾਵ ਸਾਨੂੰ ਪੇਪਰ ਦੇ ਵਿੱਚ ਆਉਂਦਾ ਹੈ, ਤਾਂ ਅਸੀਂ ਇਹ ਹੀ ਲਿਖਣਾ ਬੇਟਾ ਕਿ ਕਵੀ ਹੈ ਜਿਹੜਾ ਉਹ ਸਮਾਂ ਕਵਿਤਾ ਦੇ ਵਿੱਚ ਮਨੁੱਖ ਨੂੰ ਇਹ ਪ੍ਰੇਰਨਾ ਦੇਣੀ ਚਾਹੁੰਦਾ ਹੈ ਕਿ ਸਮਾਂ ਹੈ ਜਿਹੜਾ ਉਹ ਇੱਕ ਵਾਰ ਲੰਘ ਗਿਆ ਤਾਂ ਦੁਬਾਰਾ ਵਾਪਸ ਨਹੀਂ ਆਉਂਦਾ। ਇਸ ਲਈ ਜੋ ਸਾਡੇ ਕੋਲ ਹੁਣ ਸਮਾਂ ਹੈ, ਸਾਨੂੰ ਇਸ ਦੀ ਸੰਭਾਲ ਕਰਦੇ ਹੋਏ ਸਯੋਗ ਵਰਤੋਂ ਕਰਨੀ ਚਾਹੀਦੀ ਹੈ। ਬਸ ਕਵਿਤਾ ਬੇਟਾ ਕਿੰਨੀ ਲੰਬੀ ਹੋਵੇ, ਭਾਵੇਂ 4 ਸਤਰਾਂ ਦੀ ਹੋਵੇ, ਭਾਵੇਂ 14 ਸਤਰਾਂ ਦੀ ਹੋਵੇ, ਉਸ ਦਾ ਕੇਂਦਰੀ ਭਾਵ ਹੈ ਜਿਹੜਾ ਉਹ ਆਮ ਤੌਰ ਤੇ 3-4 ਸਤਰਾਂ ਦੇ ਵਿੱਚ ਹੀ ਪੂਰਾ ਹੋ ਜਾਂਦਾ ਹੁੰਦਾ, ਕਿਉਂਕਿ ਕਵੀ ਹੈ ਜਿਹੜਾ ਉਹ ਆਪਦੀਆਂ ਭਾਵਨਾਵਾਂ ਦੀ ਜ਼ਿਆਦਾ ਤਾਂ ਵਿਆਖਿਆ ਹੀ ਕਰਦਾ। ਉਹਦੇ ਵਿੱਚ ਨੁਕਤਾ ਉਹਦੇ ਕੋਲ 1 ਜਾਂ 2 ਹੀ ਹੁੰਦੇ ਆ, ਜਿਹਦੇ ਆਲੇ ਦੁਆਲੇ ਉਹ ਸਾਰੀ ਦੀ ਸਾਰੀ ਕਵਿਤਾ ਨੂੰ ਬੰਨ੍ਹਦਾ। ਤਾਂ ਇਹ ਆਪਣਾ ਦੂਸਰਾ ਪ੍ਰਸ਼ਨ ਹੈ ਜਿਹੜਾ ਕੇਂਦਰੀ ਭਾਵ ਵਾਲਾ ਹੋ ਗਿਆ ਬੇਟਾ। ਇਹਦੇ ਵਿੱਚੋਂ ਇੱਕ ਪ੍ਰਸ਼ਨ ਸਾਨੂੰ ਪੇਪਰ ਦੇ ਵਿੱਚ ਕੱਲਾ ਵਿਆਖਿਆ ਵੀ ਪੁੱਛਿਆ ਜਾਊਗਾ,
ਕੁਝ ਸਤਰਾਂ, ਉਹ ਤੁਹਾਨੂੰ 2 ਜਾਂ 3 ਹੀ ਦਿੱਤੀਆਂ ਹੋਣਗੀਆਂ ਕਿ ਇਹਨਾਂ ਸਤਰਾਂ ਦੀ ਵਿਆਖਿਆ ਕਰੋ। ਉਹ ਤੁਸੀਂ ਜਿਵੇਂ 8ਵੀਂ ਕਲਾਸ ਦੇ ਵਿੱਚ ਕਰਦੇ ਆਏ ਹੋ, ਭਾਵ ਅਰਥ ਦੱਸਦੇ ਆਏ ਹੋ, ਜਾਂ ਜਿਵੇਂ ਹੁਣ ਮੈਂ ਤੁਹਾਨੂੰ ਵਿਆਖਿਆ ਕਰਕੇ ਦਿੱਤੀ, ਉਹ ਇਕੱਲੀ ਵਿਆਖਿਆ ਕਰਨੀ ਹੈ। ਤਾਂ ਇਹਨਾਂ ਗੱਲਾਂ ਦੇ ਵਿੱਚ, ਦੋਨਾਂ ਪ੍ਰਸ਼ਨਾਂ ਦੇ ਵਿੱਚ ਫਰਕ ਨੂੰ ਸਮਝਣਾ ਹੈ ਬੇਟਾ। ਇੱਕ ਤਾਂ ਪ੍ਰਸ਼ਨ ਹੈ ਪ੍ਰਸੰਗ ਸਹਿਤ ਵਿਆਖਿਆ, ਇੱਕ ਹੈ ਕੱਲੀ ਵਿਆਖਿਆ। ਜੇ ਕੱਲੀ ਵਿਆਖਿਆ ਆ ਗਈ ਤਾਂ ਕੱਲੀ ਵਿਆਖਿਆ ਲਿਖਣੀ ਹੈ। ਜੇ ਪ੍ਰਸੰਗ ਸਹਿਤ ਵਿਆਖਿਆ ਹੈ ਤਾਂ ਪਹਿਲਾਂ ਪ੍ਰਸੰਗ ਲਿਖਣਾ ਹੈ, ਫਿਰ ਵਿਆਖਿਆ ਲਿਖਣੀ ਹੈ। ਕੇਂਦਰੀ ਭਾਵ ਹੈ ਤਾਂ ਅਸੀਂ ਕਵੀ ਕਹਿਣਾ ਕੀ ਚਾਹੁੰਦਾ ਹੈ, ਸਿਰਫ ਉਹ ਦੇਣੇ। ਇਹ 3 ਪ੍ਰਸ਼ਨ ਹੈ ਜਿਹੜੇ ਉਹ ਆਉਣੇ ਆ ਤੁਹਾਨੂੰ ਪੇਪਰ ਦੇ ਵਿੱਚ। ਕਿਸੇ ਵੀ ਕਵਿਤਾ ਬਾਰੇ, ਅਲੱਗ-ਅਲੱਗ ਕਵਿਤਾਵਾਂ ਬਾਰੇ ਪੁੱਛਿਆ ਜਾਊਗਾ। ਤਾਂ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਹੁਣ ਜਦੋਂ ਅਸੀਂ ਕੋਈ ਵੀ ਕਵਿਤਾ ਪੜ੍ਹਨੀ ਹੈ ਤਾਂ ਪੜ੍ਹਨੀ ਹੈ ਬੇਟਾ।